ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਤੀਜਾ। ਇਸ ਜੁਗ ਕਾ ਧਰਮ ਪੜ੍ਹੋ ਤੁਮ ਭਾਈ, ਪੂਰਾ ਗੁਰ ਸਭ ਸੋਝੀ ਪਾਈ। ਐਥੈ ਅੱਗੇ ਹਰ ਨਾਮ ਸਖਾਈ, ਰਾਮ ਪੜ੍ਹੋ ਮਨ ਕਰੋ ਵਿਚਾਰ। ਗੁਰ ਪ੍ਰਸਾਦੀ ਮੈਲ ਉਤਾਰ, ਰਹਾਉ ਬਾਦ ਵਿਰੋਧ ਨਾ ਪਾਇਆ ਜਾਏ। ਮਨ ਤਨ ਫੀਕਾ ਦੂਜੈ ਭਾਏ, ਗੁਰ ਕੈ ਸ਼ਬਦ ਸੱਚ ਲਿਵ ਲਾਏ। ਹਉਮੈ ਮੈਲਾ ਇਹੋ ਸੰਸਾਰਾ, ਨਿਤ ਤੀਰਥ ਨਹਾਵੈ ਨਾ ਜਾਏ ਹੰਕਾਰਾ। ਬਿਨ ਗੁਰ ਭੇਟੇ ਜਮ ਕਰੇ ਖੁਆਰਾ, ਸੋ ਜਨ ਸਾਚਾ ਜੇ ਹਉਮੈ ਮਾਰੈ। ਗੁਰ ਕੈ ਸ਼ਬਦ ਪੰਚ ਸੰਘਾਰੈ, ਆਪ ਤਰੈ ਸਗਲੇ ਕੁਲ ਤਾਰੈ। ਮਾਇਆ ਮੋਹੇ ਨਟ ਬਾਜੀ ਪਾਈ, ਮਨ ਮੁਖ ਅੰਧ ਰਹੇ ਲਪਟਾਈ। ਗੁਰਮੁਖ ਅਲਿਪਤ ਰਹੇ ਲਿਵ ਲਾਈ, ਬਹੁਤੇ ਭੇਖ ਕਰੈ ਭੇਖ ਧਾਰੀ। ਅੰਤਰ ਤਿਸਨਾ ਫਿਰੈ ਅਹੰਕਾਰੀ, ਆਪ ਨਾ ਚੀਨੈ ਬਾਜੀ ਪਾਈ। ਕਾਪੜ ਪਹਿਰ ਕਰੇ ਚਿਤਰਾਈ, ਮਾਇਆ ਮੋਹੇ ਅਤ ਭਰਮ ਭੁਲਾਈ। ਬਿਨ ਗੁਰ ਸੇਵੇ ਬਹੁਤਾ ਦੁਖ ਪਾਈ, ਨਾਮ ਰਤੇ ਸਦਾ ਵੈਰਾਗੀ। ਗ੍ਰਹਿ ਅੰਤਰ ਸਾਚ ਲਿਵ ਲਾਈ, ਨਾਨਕ ਸਤਿਗੁਰ ਸੇਵੇ ਸੇ ਬੜ ਭਾਗੀ। ਨਾਨਕ ਸਤਿਗੁਰ ਸੇਵਹਿ ਸੇ ਬੜ ਭਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਾਵਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ ਸੰਗਤਾਂ ਨੂੰ। ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 230 ਅੰਗ ਤੇ ਗੌੜੀ ਰਾਗ ਦੇ ਅੰਦਰ ਮਹੱਲਾ ਤੀਜਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਹੈ ਕਿ ਜਿਸ ਸਮੇਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਡੱਲੇ ਨਗਰ ਤੋਂ ਸੰਗਤਾਂ ਨੂੰ ਤਾਰਦੇ ਹੋਏ ਗੋਇੰਦਵਾਲ ਸਾਹਿਬ ਬਿਰਾਜਮਾਨ ਹੋਏ, ਜਿਸ ਸਮੇਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਡੱਲੇ ਨਗਰ ਤੋਂ ਸੰਗਤਾਂ ਨੂੰ ਤਾਰਦੇ ਹੋਏ ਗੋਇੰਦਵਾਲ ਸਾਹਿਬ ਬਿਰਾਜਮਾਨ ਹੋਏ, ਗੁਰੂ ਸਾਹਿਬ ਜੀ ਨਾਲ ਬਹੁਤ ਸਾਰੇ ਪੰਡਤ ਚਰਚਾ ਕਰਨ ਵਾਸਤੇ ਗੋਇੰਦਵਾਲ ਸਾਹਿਬ ਆਏ, ਜਿਨ੍ਹਾਂ ਵਿੱਚੋਂ ਇੱਕ ਬੇਣੀ ਨਾਮੇ ਪੰਡਤ ਸੀ। ਜੋ ਪੰਡਤ ਗੋਇੰਦਵਾਲ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਚਰਚਾ ਕਰਨ ਵਾਸਤੇ ਆਏ, ਉਹਨਾਂ ਦੇ ਵਿੱਚ ਇੱਕ ਬੇਣੀ ਨਾਮੇ ਪੰਡਤ ਸੀ।
ਜੋ ਬੜਾ ਵਿਦਵਾਨ ਸੀ ਤੇ ਹੰਕਾਰੀ ਵੀ ਸੀ, ਜੋ ਪੁਸਤਕਾਂ ਦਾ ਆਪਣੇ ਨਾਲ ਗੱਡਾ ਲੱਦੀ ਫਿਰਦਾ ਸੀ, ਜਿਸ ਨਾਲ ਚਰਚਾ ਕਰਦਾ ਸੀ ਬੇਣੀ ਨਾਮੇ ਪੰਡਤ, ਉਸ ਨੂੰ ਜਿੱਤ ਕੇ ਉਸ ਦੀਆਂ ਪੁਸਤਕਾਂ ਖੋਹ ਲੈਂਦਾ ਸੀ, ਧਰਮ ਗ੍ਰੰਥ ਖੋਹ ਲੈਂਦਾ ਸੀ। ਬੇਣੀ ਪੰਡਤ ਮਾਣ ਦੇ ਸਹਿਤ, ਹੰਕਾਰ ਦੇ ਸਹਿਤ ਗੁਰੂ ਦੇ ਦਰਬਾਰ ਵਿੱਚ ਆ ਕੇ ਬੈਠ ਗਿਆ ਚਰਚਾ ਕਰਨ ਵਾਸਤੇ, ਅਤੇ ਗੁਰੂ ਸਾਹਿਬ ਤੋਂ ਧਰਮ ਦੀ ਬਾਬਤ ਪੁੱਛਿਆ। ਬੇਣੀ ਨਾਮੇ ਪੰਡਤ ਨੇ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਧਰਮ ਬਾਬਤ ਪੁੱਛਿਆ। ਤਦ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਧਰਮ ਦੀ ਬਾਬਤ ਇਸ ਅਸ਼ਟਪਦੀਆਂ ਉਚਾਰਨ ਕੀਤੀਆਂ। ਇਹ ਜੋ ਅਸ਼ਟਪਦੀਆਂ 8 ਪਦਿਆਂ ਵਾਲੇ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਾਰਨ ਕੀਤੇ, ਉਸ ਪੰਡਤ ਨੂੰ ਉਪਦੇਸ਼ ਦੇਣ ਵਾਸਤੇ, ਸਮਝਾਉਣ ਵਾਸਤੇ। ਮਹਾਰਾਜ ਜੀ ਕਹਿਣ ਲੱਗੇ ਪੰਡਤ ਨੂੰ, ਇਸ ਯੁੱਗ ਕਾ ਧਰਮ ਪੜ੍ਹੋ ਤੁਮ ਭਾਈ, ਕਿ ਹੇ ਪੰਡਤ, ਹੇ ਭਰਾਵੋ, ਇਸ ਕਲਯੁਗ ਦਾ ਧਰਮ ਤੁਸੀਂ ਪੜ੍ਹਨਾ ਕਰੋ। ਇਸ ਯੁੱਗ ਦਾ ਧਰਮ ਪਰਮੇਸ਼ਰ ਦਾ ਨਾਮ ਜਪਣਾ ਹੈ। ਕਲਯੁਗ ਦੇ ਵਿੱਚ ਕਿ ਪਰਮੇਸ਼ਰ ਦਾ ਨਾਮ ਜਪਣਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਕਿ ਹੇ ਪੰਡਤੋ, ਇਸ ਯੁੱਗ ਦੇ ਵਿੱਚ, ਕਲਯੁਗ ਦੇ ਵਿੱਚ, ਕਲਯੁਗ ਦਾ ਧਰਮ ਤੁਸੀਂ ਪੜ੍ਹਨਾ ਕਰੋ। ਇਸ ਯੁੱਗ ਦਾ ਧਰਮ ਪਰਮੇਸ਼ਰ ਦਾ ਨਾਮ ਜਪਣਾ ਹੈ। ਭਾਵੇਂ ਤੁਸੀਂ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਵੇਖ ਲਵੋ। ਗੁਰੂ ਅਮਰਦਾਸ ਮਹਾਰਾਜ ਜੀ ਪੰਡਤ ਨੂੰ ਕਹਿਣ ਲੱਗੇ ਕਿ ਭਾਵੇਂ ਤੁਸੀਂ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਵੇਖ ਲਵੋ, ਨਾਮ ਤੋਂ ਬਿਨਾਂ ਕਿਸੇ ਦੀ ਵੀ ਮੁਕਤੀ ਨਹੀਂ ਹੋਣੀ, ਨਾ ਹੀ ਹੋ ਸਕਦੀ ਹੈ, ਨਾ ਹੀ ਹੋਈ ਹੈ। ਪੂਰਾ ਗੁਰ ਸਭ ਸੋਝੀ ਭਾਈ, ਇਹ ਪੂਰਾ ਪੂਰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਾਰੀ ਸੋਝੀ, ਸਾਰੀ ਗਿਆਤ ਸਮਝਾ ਦਿੱਤੀ ਹੈ। ਇੱਥੇ ਅੱਗੇ ਹਰ ਨਾਮ ਸਹਾਈ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਇੱਥੇ ਅੱਗੇ ਹਰ ਨਾਮ ਸਿਖਾਈ। ਹੈ ਭਾਈ, ਇਸ ਲੋਕ ਦੇ ਵਿੱਚ ਅਤੇ ਅੱਗੇ ਪਰਲੋਕ ਵਿੱਚ ਹਰੀ ਪਰਮੇਸ਼ਰ ਦਾ ਨਾਮ ਹੀ ਸਿਖਾਈ, ਸਹਾਇਤਾ ਕਰਨ ਵਾਲਾ ਹੈ। ਭਾਵੇਂ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਦੇਖ ਲਵੋ, ਨਾਮ ਤੋਂ ਬਿਨਾਂ ਕਿਸੇ ਦੀ ਮੁਕਤੀ ਨਹੀਂ ਹੋ ਸਕਦੀ। ਗੁਰ ਪੂਰੈ ਸਭ ਸੋਝੀ ਪਾਈ, ਇਹ ਪੂਰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਾਰੀ ਗਿਆਤ, ਸਾਰੀ ਸਮਝ ਪਾ ਦਿੱਤੀ ਹੈ ਕਿ ਇੱਥੇ ਅੱਗੇ ਹਰ ਨਾਮ ਸਿਖਾਈ। ਹੈ ਭਾਈ, ਇੱਥੇ ਇਸ ਲੋਕ ਵਿੱਚ ਤੇ ਅੱਗੇ ਪਰਲੋਕ ਵਿੱਚ ਹਰੀ ਪਰਮੇਸ਼ਰ ਦਾ ਨਾਮ ਹੀ ਸਹਾਈ, ਸਹਾਇਤਾ ਕਰਨ ਵਾਲਾ ਹੈ। ਰਾਮ ਪੜ੍ਹੋ ਮਨ ਕਰੋ ਵਿਚਾਰ, ਰਾਮ ਪੜ੍ਹੋ ਮਨ ਕਰੋ ਵਿਚਾਰ। ਰਮੇ ਹੋਏ ਪਰਮੇਸ਼ਰ ਦਾ ਨਾਮ ਹੈ ਜੋ, ਨਾਮ ਦੀ ਪੜ੍ਹਾਈ ਪੜ੍ਹੋ ਕਿ ਵਾਹਿਗੁਰੂ ਵਾਹਿਗੁਰੂ ਉਚਾਰਨ ਕਰੋ, ਰਾਮ ਰਾਮ ਜਪਣਾ ਕਰੋ। ਰਾਮ ਪੜ੍ਹੋ ਮਨ ਕਰੋ ਵਿਚਾਰ, ਕਿ ਪਰਮੇਸ਼ਰ ਦੇ ਨਾਮ ਦੀ ਪੜ੍ਹਾਈ ਪੜ੍ਹੋ, ਨਾਮ ਨੂੰ ਪੜ੍ਹਨਾ ਕਰੋ, ਨਾਮ ਨੂੰ ਜਪਣਾ ਕਰੋ। ਮਨ ਕਰੋ ਵਿਚਾਰ, ਅਤੇ ਮਨ ਵਿੱਚ ਉਸੇ ਪਰਮੇਸ਼ਰ ਦੇ ਨਾਮ ਦੀ ਵਿਚਾਰ ਕਰੋ, ਅਤੇ ਗੁਰ ਪ੍ਰਸਾਦੀ ਮੈਲ ਉਤਾਰ, ਅਤੇ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੁਆਰਾ ਨਾਮ ਨੂੰ ਉਚਾਰਨੇ ਕਰਕੇ ਮੈਲ ਉਤਾਰ, ਪਾਪਾਂ ਦੀ ਮੈਲ ਨੂੰ ਉਤਾਰਨਾ ਕਰੋ। ਜੇ ਪਾਪਾਂ ਦੀ ਮੈਲ ਉਤਰਦੀ ਹੈ ਤਾਂ ਪਰਮੇਸ਼ਰ ਦਾ ਨਾਮ ਉਚਾਰਨੇ ਕਰਕੇ ਉਤਰਦੀ ਹੈ। ਇਸੇ ਕਰਕੇ ਮਹਾਰਾਜ ਜੀ ਕਹਿਣ ਲੱਗੇ, ਪਰਮੇਸ਼ਰ ਦੇ ਨਾਮ ਦੀ ਪੜ੍ਹਾਈ ਪੜ੍ਹੋ ਅਤੇ ਮਨ ਵਿੱਚ ਉਸੇ ਨਾਮ ਦੀ ਵਿਚਾਰ ਕਰੋ, ਤੇ ਗੁਰੂ ਦੀ ਕਿਰਪਾ ਦੁਆਰਾ ਨਾਮ ਉਚਾਰਨੇ ਕਰਕੇ ਪਾਪਾਂ ਦੀ ਮੈਲ ਉਤਰ ਜਾਂਦੀ ਹੈ। ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਬਾਦ ਵਿਰੋਧ ਨਾ ਪਾਇਆ ਜਾਏ, ਮਨ ਤਨ ਫੀਕਾ ਦੂਜੈ ਭਾਏ।
ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ, ਸਮਝਾ ਰਹੇ ਹਨ ਕਿ ਬਾਦ ਵਿਰੋਧ ਨਾ ਪਾਇਆ ਜਾਏ। ਇਉਂ ਬਾਦ ਇਉਂ ਝਗੜੇ ਤੇ ਕਿਸੇ ਨਾਲ ਵਿਰੋਧ ਵੈਰ ਕਰਨੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕੀਤੀ ਜਾਂਦੀ। ਬਾਦ ਵਿਰੋਧ ਨਾ ਪਾਇਆ ਜਾਏ ਕਿ ਬਾਦ ਝਗੜੇ ਕਰਕੇ ਤੇ ਕਿਸੇ ਨਾਲ ਵਿਰੋਧ ਵੈਰ ਕਰਨੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕੀਤੀ ਜਾਂਦੀ। ਭਾਵ ਪਰਮੇਸ਼ਰ ਨੂੰ ਪਾਇਆ ਨਹੀਂ ਜਾਂਦਾ। ਜੇ ਕਿਸੇ ਨਾਲ ਝਗੜਾ ਕਰਾਂਗੇ, ਵੈਰ ਵਿਰੋਧ ਕਰਾਂਗੇ ਤਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂਕਿ ਜਿਸ ਦੇ ਨਾਲ ਝਗੜਾ ਕਰਨਾ ਹੈ, ਜੋ ਝਗੜਾ ਕਰੇਗਾ ਉਸ ਦੇ ਹਿਰਦੇ ਵਿੱਚ ਪਰਮੇਸ਼ਰ ਵਸਦਾ ਹੈ। ਕਿ ਜਦੋਂ ਪਰਮੇਸ਼ਰ ਵਸਦਾ ਹੈ ਹਿਰਦੇ ਵਿੱਚ, ਸੱਟ ਮਾਰੇਗਾ ਪਰਮੇਸ਼ਰ ਤੇ ਹੀ ਵੱਜਣੀ ਹੈ। ਤੂੰ ਫਿਰ ਪਰਮੇਸ਼ਰ ਨੂੰ ਪ੍ਰਾਪਤ ਕਿਵੇਂ ਕਰ ਸਕੇਗਾ। ਮਨ ਤਨ ਫੀਕਾ ਦੂਜੈ ਭਾਏ, ਕਿ ਜਦੋਂ ਦਵੈਤ ਭਾਵ ਦੇ ਵਿੱਚ ਲੱਗੇ ਰਹਿੰਦੇ ਹਨ, ਪਰਮੇਸ਼ਰ ਜਦੋਂ ਪਾਇਆ ਨਹੀਂ ਜਾਂਦਾ, ਕਿ ਦੂਜੈ ਭਾਏ ਜੋ ਦਵੈਤ ਭਾਵ ਦੇ ਵਿੱਚ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਦੇ ਵਿੱਚ ਜਾਂ ਦੁਚਿੱਤੇਪਣ ਦੇ ਵਿੱਚ ਲੱਗਿਆ ਰਹਿਣਾ ਜਾਂ ਦੂਜੇ ਦੇ ਨਾਲ ਬੈਰ ਕਰੀ ਜਾਣਾ, ਕਿ ਇਸ ਵਿੱਚ ਲੱਗੇ ਰਹਿਣ ਕਰਕੇ ਉਹਨਾਂ ਦਾ ਮਨ ਤਨ ਫੀਕਾ ਹੀ ਰਹਿੰਦਾ ਹੈ। ਮਨ ਤਨ ਫੀਕਾ ਦੂਜੈ ਭਾਏ, ਦਵੈਤ ਦੇ ਵਿੱਚ ਲੱਗੇ ਰਹਿਣ ਕਰਕੇ ਉਹਨਾਂ ਦਾ ਮਨ ਅਤੇ ਤਨ ਫਿੱਕਾ ਹੀ ਰਹਿੰਦਾ ਹੈ। ਆਤਮਾ ਆਨੰਦ ਨੂੰ ਛੱਡ ਕੇ ਦੂਜੀਆਂ ਚੀਜ਼ਾਂ ਭਾਵ ਮਾਇਆ ਵਿੱਚ ਪਨੇਮ ਹੋਣ ਕਰਕੇ ਮਨ ਅਤੇ ਤਨ ਫਿੱਕਾ ਹੀ ਭਾਵ ਰਾਸਹੀਣ ਰਹਿੰਦਾ ਹੈ। ਰਸ ਨਹੀਂ ਆਉਂਦਾ ਨਾਮ ਦਾ ਜਦੋਂ ਮਾਇਆ ਦੇ ਵਿੱਚ ਪ੍ਰੇਮ ਲੱਗਿਆ ਰਹਿੰਦਾ ਹੈ। ਗੁਰ ਕੈ ਸ਼ਬਦ ਸੱਚ ਲਿਵ ਲਾਏ, ਸਤਿਗੁਰੂ ਸਾਹਿਬ ਜੀ ਦੇ ਸ਼ਬਦ ਦੁਆਰਾ, ਉਪਦੇਸ਼ ਦੁਆਰਾ ਸੱਚੇ ਨਾਮ ਦੇ ਵਿੱਚ ਬਿਰਤੀ ਲਾਉਣਾ ਕਰੋ। ਗੁਰ ਕੈ ਸ਼ਬਦ ਸੱਚ ਲਿਵ ਲਾਏ, ਕਿ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਦੁਆਰਾ, ਉਪਦੇਸ਼ ਦੁਆਰਾ ਸੱਚੇ ਨਾਮ ਵਿੱਚ ਬਿਰਤੀ ਨੂੰ ਲਾਉਣਾ ਕਰੋ। ਹਉਮੈ ਮੈਲਾ ਇਹੋ ਸੰਸਾਰਾ, ਤੀਰਥ ਨਹਾਵੈ ਨਾ ਜਾਏ ਅਹੰਕਾਰਾ। ਮਹਾਰਾਜ ਜੀ ਤੀਸਰੇ ਪਦੇ ਦੇ ਅੰਦਰ ਸਮਝਾ ਰਹੇ ਹਨ। ਅਸ਼ਟਪਦੀਆਂ 8 ਪਦਿਆਂ ਵਾਲੇ ਸ਼ਬਦ ਹਨ। ਵੱਖਰਾ ਵੱਖਰਾ ਇੱਕ ਪਦੇ ਦੇ ਵਿੱਚ ਮਹਾਰਾਜ ਜੀ ਬਾਣੀ ਦੁਆਰਾ ਸਮਝਾਉਂਦੇ ਹਨ। ਹਉਮੈ ਮੈਲਾ ਇਹੋ ਸੰਸਾਰਾ, ਇਹ ਸਾਰਾ ਸੰਸਾਰ ਹਉਮੈ ਦੀ ਮੈਲ ਕਰਕੇ, ਹੰਕਾਰ ਦੀ ਮੈਲ ਕਰਕੇ ਮੈਲਾ ਹੋ ਰਿਹਾ ਹੈ। ਹਉਮੈ ਮੈਲਾ ਇਹੋ ਸੰਸਾਰਾ, ਕਿ ਇਹ ਸਾਰਾ ਸੰਸਾਰ ਹਉਮੈ ਦੀ ਮੈਲ ਕਰਕੇ, ਹੰਗਤਾ ਮਮਤਾ ਦੀ ਮੈਲ ਕਰਕੇ ਮੈਲਾ ਹੋ ਰਿਹਾ ਹੈ। ਭਾਵੇਂ ਨਿਤ ਹੀ ਤੀਰਥਾਂ ਤੇ ਨਹਾਉਂਦਾ ਫਿਰੇ, ਨਿਤ ਤੀਰਥ ਨਹਾਵੈ, ਕਿ ਇਹ ਸੰਸਾਰ ਹੈ ਜਿਹੜਾ ਸਾਰਾ ਹਉਮੈ ਦੀ ਮੈਲ ਕਰਕੇ ਮੈਲਾ ਹੋ ਰਿਹਾ ਹੈ। ਨਿਤ ਤੀਰਥ ਨਹਾਵੈ, ਭਾਵੇਂ ਨਿਤ ਹੀ ਤੀਰਥਾਂ ਤੇ ਨਹਾਉਣਾ ਕਰੇ, ਪਰ ਨਾ ਜਾਏ ਹੰਕਾਰਾ, ਪਰ ਇਸ ਦੇ ਅੰਦਰੋਂ ਹੰਕਾਰ ਨਹੀਂ ਜਾਂਦਾ। ਬਿਨ ਗੁਰ ਭੇਟੇ ਜਮ ਕਰੇ ਖੁਆਰਾ, ਸਤਿਗੁਰੂ ਸਾਹਿਬ ਜੀ ਦੇ ਨਾਲ ਭੇਟੇ ਹੁੰਦਾ ਮਿਲੇ ਤੋਂ ਬਗੈਰ। ਪੂਰਨ ਗੁਰੂ ਦੇ ਨਾਲ ਮਿਲੇ ਤੋਂ ਬਗੈਰ ਹੰਕਾਰ ਨਹੀਂ ਜਾਂਦਾ। ਕਿ ਜੇ ਪੂਰਨ ਗੁਰੂ ਮਿਲ ਜਾਵੇ ਤਾਂ ਗੁਰੂ ਦਾ ਉਪਦੇਸ਼ ਇਸ ਜੀਵ ਦਾ ਹੰਕਾਰ ਦੂਰ ਕਰ ਦਿੰਦਾ ਹੈ। ਜੈਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ, ਬਾਣੀ ਦਾ ਉਪਦੇਸ਼ ਜੇ ਅੰਦਰ ਵਸ ਜਾਏ ਤਾਂ ਇਸ ਜੀਵ ਦਾ ਹੰਕਾਰ ਹੈ ਜਿਹੜਾ ਉਹ ਦੂਰ ਹੋ ਜਾਂਦਾ ਹੈ। ਗੁਰੂ ਤੋਂ ਬਗੈਰ ਦੂਰ ਨਹੀਂ ਹੁੰਦਾ। ਇਸ ਕਰਕੇ ਹੰਕਾਰੀ ਨੂੰ ਜਮ ਖੁਆਰ ਕਰਦੇ ਹਨ, ਜਮ ਕਰੇ ਖੁਆਰਾ। ਇਸ ਕਰਕੇ ਹੰਕਾਰੀ ਪੁਰਸ਼ ਨੂੰ ਜਿਹੜੇ ਜਮ ਹੁੰਦੇ ਹਨ ਉਹ ਖੁਆਰਾ ਖੁਆਰ ਕਰਦੇ ਹਨ। ਧਰਮਰਾਜ ਦੇ ਦੂਤ ਪਰਲੋਕ ਰਸਤੇ ਵਿੱਚ ਖੱਜਲ ਖੁਆਰ ਕਰਦੇ ਹਨ। ਸੋ ਜਨ ਸਾਚਾ
जे हौमै मारै, गुर कै शब्द पंच संघारै, आप तरै सगले कुल तारै। चौथे पदे दे अंदर गुरु अमरदास महाराज जी बाणी द्वारा समझा रहे हैं। सो जन साचा जे हौमै मारै, सो ओहो जन ओहो पुरख सच्चा है। सो जन साचा ओहो जान पुरख ओहो जीव सच्चा है। जे हौमै मारै, जे देह दी हंगता देह दा हंकार है, जे उस नूं मार लवे फिर ओह सच्चा है। अते गुर कै शब्द पंच संघारै, अते गुरां दे शब्द गुरां दे उपदेश द्वारा पंच संघारै, पंजे काम क्रोध लोभ मोह हंकार नूं नाश कर लवे। आप तरै सगले कुल तारै, ਉਹ ਆਪ ਸੰਸਾਰ ਤੋਂ ਇਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਲੈਂਦਾ ਹੈ, ਭਾਵ ਮੁਕਤ ਕਰ ਲੈਂਦਾ ਹੈ। ਚੌਥੇ ਪਦੇ ਦੇ ਅੰਦਰ ਮਹਾਰਾਜ ਜੀ ਕਹਿਣ ਲੱਗੇ, ਸੋ ਜਨ ਸਾਚਾ ਜੇ ਹਉਮੈ ਮਾਰੈ, ਗੁਰ ਕੈ ਸ਼ਬਦ ਪੰਚ ਸੰਘਾਰੈ, ਆਪ ਤਰੈ ਸਗਲੇ ਕੁਲ ਤਾਰੈ। ਉਹ ਜਨ ਉਹ ਪੁਰਸ਼ ਸੱਚਾ ਹੈ, ਜੋ ਦੇਹ ਦੀ ਹਉਮੈ ਨੂੰ ਮਾਰ ਲਵੇ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਨਾਸ਼ ਕਰ ਲਵੇ। ਉਹ ਆਪ ਸੰਸਾਰ ਤੋਂ ਤਰ ਜਾਂਦਾ ਹੈ ਅਤੇ ਸਗਲੇ ਕੁਲ ਤਾਰੈ, ਉਹ ਆਪਣੀਆਂ ਸਗਲੇ ਸਾਰੀਆਂ ਕੁਲਾਂ ਨੂੰ ਤਾਰ ਲੈਂਦਾ ਹੈ, ਭਾਵ ਮੁਕਤ ਕਰ ਲੈਂਦਾ ਹੈ। ਮਾਇਆ ਮੋਹੇ ਨਟ ਬਾਜੀ ਪਾਈ, ਮਨਮੁਖ ਅੰਧ ਰਹਿ ਲਪਟਾਈ, ਗੁਰਮੁਖ ਅਲਿਪਤ ਰਹੇ ਲਿਵ ਲਾਈ। ਮਹਾਰਾਜ ਜੀ ਬੜੇ ਹੀ ਵਿਸਤਾਰ ਦੇ ਨਾਲ ਸਮਝਾ ਰਹੇ ਹਨ ਪੰਜਵੇਂ ਪਦੇ ਦੇ ਅੰਦਰ। ਮਾਇਆ ਮੋਹੇ ਨਟ ਬਾਜੀ ਪਾਈ, ਸਾਰੇ ਸੰਸਾਰ ਵਿੱਚ ਮਾਇਆ ਰੂਪੀ ਨਾਟ ਤਮਾਸ਼ਾ ਕਰਨ ਵਾਲੇ ਨੇ ਮੋਹ ਰੂਪੀ ਬਾਜੀ ਪਾਈ ਹੋਈ ਹੈ। ਮਾਇਆ ਮੋਹੇ ਨਟ ਬਾਜੀ ਪਾਈ, ਸਾਰੇ ਸੰਸਾਰ ਵਿੱਚ ਮਾਇਆ ਰੂਪੀ ਤਮਾਸ਼ਾ ਕਰਨ ਵਾਲੇ ਨੇ ਮੋਹ ਰੂਪੀ ਬਾਜੀ ਪਾਈ ਹੋਈ ਹੈ ਕਿ ਮਾਇਆ ਦਾ ਮੋਹ ਪੈਦਾ ਕਰਕੇ ਇਹ ਕਨਾਤ ਤਾਣੀ ਹੋਈ ਹੈ। ਪਰਮੇਸ਼ਰ ਰੂਪ ਨਾਟ ਨੇ ਮੋਹਤ ਕਰਨ ਵਾਲੀ ਮਾਇਆ ਦੁਆਰਾ ਸੰਸਾਰ ਰੂਪੀ ਬਾਜੀ ਪਾਈ ਹੋਈ ਹੈ। ਮਨਮੁਖ ਅੰਧੇ ਰਹੇ ਲਪਟਾਈ, ਇਸ ਦੇ ਵਿੱਚ ਮਨਮੁਖ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਅੰਨੇ ਅਗਿਆਨੀ ਗਿਆਨ ਤੋਂ ਹੀਣੇ ਮੋਹ ਕਰਕੇ ਆਵਰਨ ਅਤੇ ਲਪਟ ਰਹੇ ਹਨ। ਮੋਹ ਕਰਕੇ ਕਿ ਆਵਰਨ ਕਰਕੇ ਲਪਟਾਈ ਲਪਟ ਰਹੇ ਹਨ, ਖਚਿਤ ਹੋ ਰਹੇ ਹਨ। ਗੁਰਮੁਖ ਅਲਿਪਤ ਰਹੇ ਲਿਵ ਲਾਈ, ਗੁਰਮੁਖ ਜਨ ਪਰਮੇਸ਼ਰ ਦੇ ਨਾਮ ਵਿੱਚ ਬਿਰਤੀ ਨੂੰ ਲਾ ਕੇ ਸੰਸਾਰ ਤੋਂ ਅਲਿਪਤ ਨਿਰਲੇਪ ਰਹਿੰਦੇ ਹਨ ਕਿ ਮਾਇਆ ਮੋਹੇ ਨਟ ਬਾਜੀ ਪਾਈ, ਮਨਮੁਖ ਅੰਧ ਰਹੇ ਲਪਟਾਈ, ਕਿ ਸਾਰੇ ਸੰਸਾਰ ਵਿੱਚ ਮਾਇਆ ਰੂਪੀ ਨਾਟਕ ਕਰਨ ਵਾਲੇ ਨੇ, ਤਮਾਸ਼ਾ ਕਰਨ ਵਾਲੇ ਨੇ ਮੋਹ ਰੂਪੀ ਬਾਜੀ ਪਾਈ ਹੋਈ ਹੈ। ਮਾਇਆ ਦਾ ਮੋਹ ਪੈਦਾ ਕਰਕੇ ਇਹ ਕਨਾਤ ਤਾਣੀ ਹੋਈ ਹੈ। ਪਰਮੇਸ਼ਰ ਰੂਪ ਨਟ ਨੇ, ਪਰਮੇਸ਼ਰ ਰੂਪ ਬਾਜੀ ਪਾਉਣ ਵਾਲੇ ਨੇ ਮੋਹਤ ਕਰਨ ਵਾਲੀ ਮਾਇਆ ਦੁਆਰਾ ਸੰਸਾਰ ਰੂਪੀ ਬਾਜੀ ਪਾਈ ਹੋਈ ਹੈ। ਇਸ ਦੇ ਵਿੱਚ ਮਨਮੁਖ ਅੰਨੇ ਅਗਿਆਨੀ ਮੋਹ ਕਰਕੇ ਲਪਟ ਰਹੇ ਹਨ, ਖਚਿਤ ਹੋ ਰਹੇ ਹਨ। ਗੁਰਮੁਖ ਅਲਿਪਤ ਰਹੇ ਲਿਵ ਲਾਈ, ਗੁਰਮੁਖ ਜਨ ਪਰਮੇਸ਼ਰ ਦੇ ਨਾਮ ਵਿੱਚ ਅਲਿਪਤ ਬਿਰਤੀ ਨੂੰ ਲਾ ਕਰਕੇ ਸੰਸਾਰ ਤੋਂ ਨਿਰਲੇਪ ਰਹਿੰਦੇ ਹਨ। ਬਹੁਤੇ ਭੇਖ ਕਰੈ ਭੇਖ ਧਾਰੀ, ਅੰਤਰ ਤਿਸ਼ਨਾ ਫਿਰੈ ਹੰਕਾਰੀ, ਆਪ ਨਾ ਚੀਨੈ ਬਾਜੀ ਹਾਈ। ਮਹਾਰਾਜ ਜੀ ਸਮਝਾ ਰਹੇ ਹਨ, ਬਹੁਤੇ ਭੇਖ ਕਰੈ ਭੇਖ ਧਾਰੀ। ਭੇਖ ਧਾਰੀ ਪੁਰਸ਼ ਸਰੀਰ 'ਤੇ ਬਹੁਤੀਆਂ
ਭੇਖਾਂ ਨੂੰ ਧਾਰਨ ਕਰਦੇ ਹਨ। ਬਹੁਤੇ ਭੇਖ ਕਰੈ ਭੇਖ ਧਾਰੀ, ਭੇਖ ਧਾਰੀ ਪੁਰਸ ਭੇਖ ਧਾਰੀ ਜੀਵ ਸਰੀਰ। ਤੇ ਬਹੁਤੀਆਂ ਭੇਖਾਂ ਨੂੰ ਧਾਰਨ ਕਰਦੇ ਹਨ ਕਿ ਤਰ੍ਹਾਂ ਤਰ੍ਹਾਂ ਦੇ ਵਸਤਰ ਪਾ ਕੇ ਭੇਖ ਧਾਰਨ ਕਰਦੇ ਹਨ। ਅੰਤਰ ਤ੍ਰਿਸ਼ਨਾ ਫਿਰੈ ਅਹੰਕਾਰੀ, ਉਹਨਾਂ ਦੇ ਅੰਤਰ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਹੋਣ ਕਰਕੇ ਭੇਖ ਦੇ ਹੰਕਾਰ ਵਿੱਚ ਤੁਰੇ ਫਿਰਦੇ ਹਨ। ਆਪ ਨਾ ਚੀਨੈ ਬਾਜੀ ਹਾਰੀ, ਇਉਂ ਉਹ ਆਪਣੇ ਆਤਮਾ ਸਰੂਪ ਨੂੰ ਜਾਣਦੇ ਹੀ ਨਹੀਂ ਅਤੇ ਵਿਸ਼ਿਆਂ ਰੂਪੀ ਜੂਏ ਵਿੱਚ ਮਨੁੱਖਾ ਜਨਮ ਦੀ ਬਾਜੀ ਹਾਰ ਜਾਂਦੇ ਹਨ। ਭੇਖ ਧਾਰੀ ਪੁਰਸ਼ ਸਰੀਰ ਤੇ ਬਹੁਤਿਆਂ ਭੇਖਾਂ ਨੂੰ ਧਾਰਨ ਕਰਦੇ ਹਨ। ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਹੋਣ ਕਰਕੇ ਭੇਖ ਦੇ ਹੰਕਾਰ ਵਿੱਚ ਤੁਰੇ ਫਿਰਦੇ ਹਨ। ਇਉਂ ਉਹ ਆਪਣੇ ਆਤਮਾ ਸਰੂਪ ਨੂੰ ਜਾਣਦੇ ਨਹੀਂ ਅਤੇ ਵਿਸ਼ਿਆਂ ਰੂਪੀ ਜੂਏ ਵਿੱਚ ਮਨੁੱਖਾ ਜਨਮ ਦੀ ਬਾਜੀ ਹਾਰ ਜਾਂਦੇ ਹਨ। ਕਾਪੜ ਪਹਿਰ ਕਰੈ ਚਤਰਾਈ, ਮਾਇਆ ਮੋਹਿ ਅਤ ਭਰਮ ਭੁਲਾਈ। ਬਿਨ ਗੁਰ ਸੇਵੇ ਬਹੁਤਾ ਦੁਖ ਪਾਈ। ਮਹਾਰਾਜ ਜੀ ਸਮਝਾ ਰਹੇ ਹਨ, ਕਾਪੜ ਪਹਿਰ ਕਰੇ ਚਤਰਾਈ, ਕਿ ਭੇਖ ਧਾਰੀ ਉੱਪਰੋਂ ਕੱਪੜੇ ਪਹਿਨ ਕੇ ਸੋਹਣਾ ਭੇਖ ਬਣਾ ਲੈਂਦੇ ਹਨ। ਜੋ ਭੇਖ ਧਾਰਨ ਕਰਦੇ ਹਨ ਕਿ ਉੱਪਰੋਂ ਕੱਪੜੇ ਪਹਿਨ ਕੇ ਸੋਹਣਾ ਭੇਖ ਬਣਾ ਲੈਂਦੇ ਹਨ। ਕਰੇ ਚਤਰਾਈ, ਕਿ ਚਾਤਰਤਾ ਨਾਲ ਚਤਰਾਈ ਵਾਲੀਆਂ ਗੱਲਾਂ ਕਰਦੇ ਹਨ। ਇਸ ਕਰਕੇ ਮਾਇਆ ਮੋਹਿ ਅਤ ਭਰਮ ਭੁਲਾਈ, ਇਸ ਕਰਕੇ ਅਤਿਅੰਤ ਭਰਮ ਕਰਕੇ ਸਾਰੀ ਸ੍ਰਿਸ਼ਟੀ ਮਾਇਆ ਦੇ ਮੋਹ ਵਿੱਚ ਭੁਲਾ ਦਿੱਤੀ ਹੈ। ਬਿਨ ਗੁਰ ਸੇਵੇ ਬਹੁਤਾ ਦੁਖ ਪਾਈ, ਸਤਿਗੁਰਾਂ ਦੀ ਸੇਵਾ ਕਰੇ ਤੋਂ ਬਗੈਰ, ਟਹਿਲ ਕਰੇ ਤੋਂ ਬਗੈਰ ਮਾਇਆ ਦਾ ਮੋਹ ਨਹੀਂ ਟੁੱਟਦਾ। ਬਹੁਤ ਦੁੱਖ ਪਾਈ, ਇਸ ਕਰਕੇ ਸ੍ਰਿਸ਼ਟੀ ਬਹੁਤ ਦੁੱਖ ਨੂੰ ਹੀ ਪਾਉਂਦੀ ਹੈ ਕਿ ਭੇਖ ਧਾਰੀ ਉੱਪਰੋਂ ਕੱਪੜੇ ਪਹਿਨ ਕੇ ਸੋਹਣਾ ਭੇਖ ਬਣਾ ਲੈਂਦੇ ਹਨ। ਚਾਤਰਤਾ ਨਾਲ ਚਤਰਾਈ ਵਾਲੀਆਂ ਗੱਲਾਂ ਕਰਦੇ ਹਨ। ਇਸ ਕਰਕੇ ਅਤਿਅੰਤ ਭਰਮ ਕਰਕੇ ਸਾਰੀ ਸ੍ਰਿਸ਼ਟੀ ਦੇ ਮੋਹ ਵਿੱਚ ਭੁਲਾ ਦਿੱਤੀ ਹੈ। ਬਿਨ ਗੁਰ ਸੇਵੇ ਬਹੁਤ ਦੁੱਖ ਪਾਈ, ਸਤਿਗੁਰਾਂ ਦੀ ਸੇਵਾ ਕਰੇ ਤੋਂ ਬਗੈਰ ਮਾਇਆ ਦਾ ਮੋਹ ਨਹੀਂ ਟੁੱਟਦਾ, ਜਿਸ ਕਰਕੇ ਸ੍ਰਿਸ਼ਟੀ ਬਹੁਤ ਦੁੱਖਾਂ ਨੂੰ ਪਾਉਂਦੀ ਹੈ। ਨਾਮ ਰਤੇ ਸਦਾ ਬੈਰਾਗੀ, ਗਿਰਹੀ ਅੰਤਰ ਸਾਚ ਲਿਵ ਲਾਗੀ। ਨਾਨਕ ਸਤਿਗੁਰ ਸੇਵੇ ਸੇ ਬੜ ਭਾਗੀ। ਇਹ ਅਗਲਾ ਪਦਾ ਹੈ ਜਿਹੜਾ ਅਖੀਰਲਾ ਪਦਾ ਹੈ, 8ਵਾਂ ਪਦਾ। ਇਹ ਤਤ ਸਿਧਾਂਤ ਦੀ ਗੱਲ ਦੱਸਦੇ ਹਨ। ਸਾਰੇ ਦ੍ਰਿਸ਼ਟਾਂਤ ਦੇ ਦੇ ਕੇ 7 ਪਦਿਆਂ ਵਿੱਚ ਮਹਾਰਾਜ ਜੀ ਨੇ ਸਮਝਾਉਣਾ ਕੀਤਾ। 8ਵੇਂ ਪਦੇ ਦੇ ਵਿੱਚ ਸਮਝਾ ਰਹੇ ਹਨ ਕਿ ਕਰਨਾ ਕੀ ਹੈ। ਜਾਂ ਜੋ ਪਰਮੇਸ਼ਰ ਦਾ ਨਾਮ ਜਪਦੇ ਹਨ ਉਹ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਨਾਮ ਰਤੇ ਸਦਾ ਬੈਰਾਗੀ, ਗਿਰਹੀ ਅੰਤਰ ਸਾਚ ਲਿਵ ਲਾਗੀ। ਨਾਨਕ ਸਤਿਗੁਰ ਸੇਵੇ ਸੇ ਬੜ ਭਾਗੀ। ਮਹਾਰਾਜ ਜੀ ਉਚਾਰਨ ਕਰਦੇ ਹਨ, ਜਿਹੜੇ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਹਨ। ਨਾਮ ਰਤੇ, ਜਿਹੜੇ ਪਰਮੇਸ਼ਰ ਦੇ ਨਾਮ ਦੇ ਵਿੱਚ ਰਤੇ ਹੋਏ ਹਨ, ਰੰਗੇ ਹੋਏ ਹਨ। ਸਦਾ ਬੈਰਾਗੀ, ਉਹ ਸਦਾ ਹਮੇਸ਼ਾ ਬੈਰਾਗ ਦੇ ਸਹਿਤ ਰਹਿੰਦੇ ਹਨ। ਭਾਵ ਸੰਸਾਰ ਵੱਲੋਂ ਬੈਰਾਗਵਾਨ ਹੋ ਕੇ ਰਹਿੰਦੇ ਹਨ। ਗਿਰਹੀ ਅੰਤਰ ਸਾਚ ਲਿਵ ਲਾਗੀ, ਉਹਨਾਂ ਦੀ ਗਿਰਹੀ ਗ੍ਰਸਤ ਦੇ ਅੰਦਰ ਰਹਿੰਦਿਆਂ ਹੀ ਸੱਚੇ ਪਰਮੇਸ਼ਰ ਵਿੱਚ ਬਿਰਤੀ ਲੱਗੀ ਰਹਿੰਦੀ ਹੈ। ਜਿਹੜੇ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਹਨ ਉਹ ਹਮੇਸ਼ਾ ਬੈਰਾਗ ਦੇ ਸਹਿਤ ਰਹਿੰਦੇ ਹਨ। ਭਾਵ ਸੰਸਾਰ ਵੱਲੋਂ ਬੈਰਾਗਵਾਨ ਹੋ ਕੇ ਰਹਿੰਦੇ ਹਨ। ਉਹਨਾਂ ਦੀ ਗ੍ਰਸਤ ਦੇ ਅੰਦਰ ਰਹਿੰਦਿਆਂ ਹੀ ਸੱਚੇ ਪਰਮੇਸ਼ਰ ਵਿੱਚ ਬਿਰਤੀ ਲੱਗੀ ਰਹਿੰਦੀ ਹੈ। ਨਾਨਕ ਸਤਿਗੁਰ ਸੇਵੇ ਸੇ ਬੜ ਭਾਗੀ। ਸਤਿਗੁਰੂ ਜੀ ਕਥਨ ਕਰਦੇ ਹਨ, ਜੋ ਸਤਿਗੁਰਾਂ ਦਾ ਸੇਵਨ ਕਰਦੇ ਹਨ, ਸਿਮਰਨ ਕਰਦੇ ਹਨ, ਉਹ ਪੁਰਖ ਬੜ ਭਾਗੀ,
ਵੱਡਿਆਂ ਭਾਗਾਂ ਵਾਲੇ ਹਨ। ਨਾਨਕ ਸਤਿਗੁਰ ਸੇਵੇ ਸੇਵਟ ਭਾਗੀ। ਸਤਿਗੁਰੂ ਜੀ ਕਥਨ ਕਰਦੇ ਹਨ, ਜੋ ਸਤਿਗੁਰਾਂ ਦਾ ਸੇਵਨ ਕਰਦੇ ਹਨ, ਸਿਮਰਨ ਕਰਦੇ ਹਨ, ਉਹ ਪੁਰਖ ਵਡਭਾਗੀ ਵੱਡਿਆਂ ਭਾਗਾਂ ਵਾਲੇ ਹਨ। ਫਿਰ ਸਤਿਗੁਰਾਂ ਨੂੰ ਪੰਡਤ ਕਹਿਣ ਲੱਗੇ ਕਿ ਜੋ ਬ੍ਰਹਮਾ ਜੀ ਦੇ ਵੇਦ ਲਿਖੇ ਹੋਏ ਹਨ, ਕੀ ਉਹਨਾਂ ਦਾ ਅਭਿਆਸ ਨਹੀਂ ਕਰਨਾ ਚਾਹੀਦਾ? ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੰਡਤ ਕਹਿਣ ਲੱਗੇ ਕਿ ਜੋ ਬ੍ਰਹਮਾ ਜੀ ਦੇ ਵੇਦ ਲਿਖੇ ਹੋਏ ਹਨ, ਕੀ ਉਹਨਾਂ ਦਾ ਅਭਿਆਸ ਨਹੀਂ ਕਰਨਾ ਚਾਹੀਦਾ? ਮਹਾਰਾਜ ਜੀ ਅਗਲੇ ਪਦੇ ਦੇ ਵਿੱਚ ਸਮਝਾ ਰਹੇ ਹਨ, ਗੌੜੀ ਮਹੱਲਾ ਤੀਜਾ, ਬ੍ਰਹਮਾ ਮੂਲ ਵੇਦ ਅਭਿਆਸਾ। ਮਹਾਰਾਜ ਜੀ ਕਹਿਣ ਲੱਗੇ ਬ੍ਰਹਮਾ ਦਾ ਵੀ ਮੂਲ ਮੁੱਢ ਮਾਇਆ ਹੀ ਹੈ। ਬ੍ਰਹਮਾ ਮੂਲ ਵੇਦ ਅਭਿਆਸਾ, ਕਿ ਬ੍ਰਹਮਾ ਦਾ ਵੀ ਮੂਲ ਮੁੱਢ ਮਾਇਆ ਹੀ ਹੈ, ਜਿਸ ਨੇ ਵੇਦਾਂ ਦਾ ਅਭਿਆਸ ਕਰਨਾ ਦੱਸਿਆ ਹੈ ਕਿ ਵੇਦ ਪੜ੍ਹਿਆ ਕਰੋ। ਬ੍ਰਹਮਾ ਵੀ ਮੂਲ ਅਗਿਆਨ ਕਰਕੇ ਤਿੰਨਾਂ ਗੁਣਾਂ ਨੂੰ ਵੇਦਾਂ ਦੁਆਰਾ ਕਥਨ ਕਰਦਾ ਹੈ। ਜੈਸਾ ਕਿ ਤ੍ਰੈ ਗੁਣ ਵਿਸਿਆ ਵੇਦਾਂ, ਕਿ ਤਿਸਤੇ ਉਪਜੇ ਦੇਵ ਮੋਹ ਪਿਆਸਾ, ਕਿ ਬ੍ਰਹਮਾ ਨੇ ਸੰਕਲਪ ਕੀਤਾ ਕਿ ਮੇਰੇ ਵਿੱਚੋਂ ਹੋਰ ਦੇਵਤੇ ਪੈਦਾ ਹੋਣ। ਤਿਸਤੇ ਉਪਜੇ, ਕਿ ਬ੍ਰਹਮਾ ਨੇ ਸੰਕਲਪ ਕੀਤਾ ਕਿ ਮੇਰੇ ਵਿੱਚੋਂ ਹੋਰ ਦੇਵਤੇ ਪੈਦਾ ਹੋਣ। ਫਿਰ ਅਣਜਾਣ ਸੰਗਿਆ ਵਾਲੇ ਦੇਵਤੇ 33 ਕਰੋੜ ਦੇਵਤੇ ਬ੍ਰਹਮਾ ਤੋਂ ਉਪਜੇ ਪੈਦਾ ਹੋਏ। ਉਹਨਾਂ ਦਾ ਗੁਰੂ ਬ੍ਰਹਿਸਪਤ ਬਣਾਇਆ, ਇੰਦਰ ਰਾਜਾ ਬਣਾਇਆ, ਅਤੇ ਸਾਰੇ ਸਰੀਰਾਂ ਦੇ ਭੋਗਾਂ ਦਾ ਮੋਹ ਕਰਦੇ ਹਨ। ਉਹ ਵਿਸ਼ਿਆਂ ਦੇ ਤਿਹਾਏ ਹਨ, ਹਰ ਵਕਤ ਅਪਸਰਾਂ ਦੇ ਨਾਚ ਵੇਖਣ ਵਿੱਚ ਹੀ ਲੱਗੇ ਰਹਿੰਦੇ ਹਨ। ਤ੍ਰੈ ਗੁਣ ਭਰਮੇ ਨਾਹੀ ਨਿਜ ਘਰ ਵਾਸਾ, ਤ੍ਰੈ ਗੁਣ ਤਿੰਨਾਂ ਗੁਣਾ ਰਜੋ ਤਮੋ ਸਤੋਂ, ਵਿੱਚ ਭਰਮਣੇ ਕਰਕੇ ਸਰੂਪ ਰੂਪੀ ਨਿਜ ਘਰ ਵਿੱਚ ਵਾਸਾ ਨਹੀਂ ਹੁੰਦਾ। ਤ੍ਰੈ ਗੁਣ ਆਤਮਕ ਮਾਇਆ ਵਿੱਚ ਭਰਮਣੇ ਕਰਕੇ ਤੁਰਿਆ ਪਦ ਰੂਪੀ ਨਿਜ ਘਰ ਵਿੱਚ ਨਹੀਂ ਪਹੁੰਚਿਆ ਜਾ ਸਕਦਾ। ਹਮ ਹਰ ਰਾਖੇ ਸਤਿਗੁਰੂ ਮਿਲਾਇਆ। ਮਹਾਰਾਜ ਜੀ ਕਹਿਣ ਲੱਗੇ ਸਾਨੂੰ ਤਾਂ ਹਰੀ ਵਾਹਿਗੁਰੂ ਨੇ ਇਹਨਾਂ ਤਿੰਨਾਂ ਗੁਣਾਂ ਦੀ ਉਪਾਸਨਾ ਤੋਂ ਰੱਖ ਲਿਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਸਮਝਾਉਣ ਲੱਗੇ ਪੰਡਤਾਂ ਨੂੰ ਕਿ ਹਮ ਹਰ ਰਾਖੇ ਸਤਿਗੁਰੂ ਮਿਲਾਇਆ, ਹਮ ਸਾਨੂੰ ਤਾਂ ਹਰੀ ਵਾਹਿਗੁਰੂ ਨੇ ਇਹਨਾਂ ਤਿੰਨਾਂ ਗੁਣਾਂ ਦੀ ਉਪਾਸਨਾ ਤੋਂ ਰੱਖ ਲਿਆ ਹੈ। ਸਤਿਗੁਰੂ ਮਿਲਾਇਆ, ਸੱਚੇ ਪਾਤਸ਼ਾਹ ਨੇ ਕਿਰਪਾ ਦ੍ਰਿਸ਼ਟੀ ਕੀਤੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਰੂਪ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਲ ਮਿਲਾ ਦਿੱਤਾ ਹੈ। ਆਨ ਦਿਨ ਭਗਤ ਹਰ ਨਾਮ ਦਿਰੜਾਇਆ। ਸਤਿਗੁਰਾਂ ਨੇ ਆਨ ਦਿਨ ਰਾਤ ਦਿਨੇ ਭਾਉ ਭਗਤੀ ਪ੍ਰੇਮਾ ਭਗਤੀ ਕਰਨੀ ਤੇ ਹਰੀ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ ਹੀ ਦਿਰੜਾਇਆ ਹੈ। ਦਿਰੜ ਭਾਵ ਪੱਕਾ ਕਰਵਾਇਆ ਹੈ। ਰਹਾਉ। ਅੱਗੇ ਮਹਾਰਾਜ ਜੀ ਨੂੰ ਕਹਿਣ ਲੱਗੇ, ਪੰਡਤ ਹੈ ਗੁਰੂ ਜੀ, ਤੁਸੀਂ ਰਾਤ ਦਿਨੇ ਭਗਤੀ ਕਰਨੀ, ਨਾਮ ਜਪਣਾ ਹੀ ਦੱਸਿਆ ਹੈ। ਫਿਰ ਬ੍ਰਹਮਾ ਦੀ ਵੇਦ ਬਾਣੀ ਕੀ ਹੈ? ਤਾਂ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ, ਕਿ ਹੈ ਭਾਈ ਬ੍ਰਹਮਾ ਦੀ ਤ੍ਰੈ ਗੁਣ ਤਿੰਨ ਗੁਣ ਰੂਪ ਬਾਣੀ ਕਰਮ ਕਾਂਡ ਦੇ ਜੰਜਾਲਾ ਬੰਧਨ ਪਾਉਣ ਵਾਲੀ ਹੈ। ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ, ਹੈ ਭਾਈ ਬ੍ਰਹਮਾ ਦੀ ਤ੍ਰੈ ਗੁਣ ਤਿੰਨ ਗੁਣ ਰੂਪ ਬਾਣੀ ਕਰਮ ਕਾਂਡ ਦੇ ਬੰਧਨ ਪਾਉਣ ਵਾਲੀ ਹੈ। ਤ੍ਰੈ ਗੁਣ ਰਜੋਂ ਤਮੋਂ ਸਤੋਂ ਰੂਪ ਤਿੰਨਾਂ ਗੁਣਾਂ ਵਾਲੀ ਬ੍ਰਹਮਾ ਦੀ ਵੇਦ ਬਾਣੀ ਬੰਧਨ ਰੂਪ ਹੈ। ਪੜ੍ਹ ਬਾਦ ਬਖਾਣੇ ਸਿਰ ਮਾਰੇ ਜਮਕਾਲਾ, ਜਿਹੜੇ ਵਿਦਿਆ ਪੜ੍ਹ ਕੇ ਬਾਦ ਹੁੰਦਾ ਝਗੜਿਆਂ ਨੂੰ ਹੀ ਕਥਨ ਕਰੀ ਜਾਂਦੇ ਹਨ ਕਿ ਮੇਰੀ ਸੁਰਤੀ ਤੀਵਰ ਹੈ ਅਤੇ ਮੇਰੀ ਸੁਰਤੀ ਕੋਮਲ ਹੈ, ਮੈਂ ਜਿੱਤ ਲਵਾਂਗਾ। ਇਹਨਾਂ ਝਗੜਿਆਂ ਕਾਰਨ
ਵਾਲਿਆਂ ਦੇ ਸਿਰ ਉੱਤੇ। ਸਿਰ ਮਾਰੇ ਜਮਕਾਲਾ ਕਿ ਸਿਰ ਉੱਤੇ ਜਮਕਾਲ ਡੰਡੇ ਮਾਰਦਾ ਹੈ। ਪੜ੍ਹ ਬਾਦ ਬਖਾਣੇ ਸਿਰ ਮਾਰੇ ਜਮਕਾਲਾ, ਜਿਹੜੇ ਵਿੱਦਿਆ ਪੜ੍ਹ ਕੇ ਝਗੜਿਆਂ ਨੂੰ ਹੀ ਕਥਨ ਕਰੀ ਜਾਂਦੇ ਹਨ ਕਿ ਮੇਰੀ ਸੁਰਤੀ ਤੀਵਰ ਹੈ ਅਤੇ ਤੇਰੀ ਸੁਰਤੀ ਕੋਮਲ ਹੈ, ਮੈਂ ਜਿੱਤ ਲਵਾਂਗਾ। ਇਹਨਾਂ ਝਗੜਿਆਂ ਕਰਨ ਵਾਲਿਆਂ ਦੇ ਸਿਰ ਉੱਤੇ ਜਮਕਾਲ ਡੰਡੇ ਮਾਰਦਾ ਹੈ। ਤਤ ਨਾ ਚੀਨੇ ਬੰਨ੍ਹੇ ਪੰਡ ਪਰਾਲਾ, ਉਹ ਅਸਲੀ ਤਤ ਸਿਧਾਂਤ ਰੂਪ ਪਰਮੇਸ਼ਰ ਨੂੰ ਜਾਣਦੇ ਨਹੀਂ। ਇਸ ਲਈ ਪਰਾਲਾ ਖਾਲੀ ਵਿਕਾਰਾਂ ਦੀਆਂ ਪੰਡਾਂ ਬੰਨ੍ਹਦੇ ਹਨ, ਭਾਵ ਸੰਸਾਰ ਦੇ ਝੂਠੇ ਧੰਦਿਆਂ ਦੀਆਂ ਪੰਡਾਂ ਬੰਨ੍ਹਦੇ ਹਨ। ਮਨਮੁਖ ਅਗਿਆਨ ਕੁਮਾਰਗ ਪਾਏ, ਮਨਮੁਖ ਪੁਰਖ ਅਗਿਆਨੀ ਹੋਣ ਕਰਕੇ, ਗਿਆਨ ਤੋਂ ਹੀਣੇ ਹੋਣ ਕਰਕੇ, ਆਪਣੇ ਸਰੂਪ ਦੇ ਗਿਆਨ ਤੋਂ ਰਹਿਤ ਹੋਣ ਕਰਕੇ ਹੋਰਨਾਂ ਨੂੰ ਵੀ ਕੁਮਾਰਗ ਖੋਟੇ ਰਸਤੇ ਵਿੱਚ ਪਾਉਂਦੇ ਹਨ। ਹਰ ਨਾਮ ਵਿਸਾਰਿਆ ਬਹੁ ਕਰਮ ਦ੍ਰਿੜਾਏ, ਮਨਮੁਖਾਂ ਨੇ ਆਪ ਪਰਮੇਸ਼ਰ ਦੇ ਨਾਮ ਨੂੰ ਵਿਸਾਰਿਆ, ਭੁਲਾ ਦਿੱਤਾ ਹੈ ਅਤੇ ਹੋਰਨਾਂ ਨੂੰ ਅਨੇਕ ਤਰ੍ਹਾਂ ਦੀ ਉਪਾਸਨਾ ਵਿੱਚ ਲਾ ਕੇ ਬਹੁਤੇ ਨਿਤ ਨਮਿਤ ਪਰਾਸ ਚਿੱਤ ਕਰਮ ਦ੍ਰਿੜ ਕਰਵਾ ਦਿੱਤੇ ਹਨ। ਭਾਵ ਜਲ ਡੂਬੇ ਦੂਜੈ ਭਾਏ, ਇਸ ਕਰਕੇ ਉਹ ਦਵੈਤ ਭਾ ਕਰਕੇ ਭਾਵ ਜਲ ਸੰਸਾਰ ਸਮੁੰਦਰ ਵਿੱਚ ਡੁੱਬ ਰਹੇ ਹਨ। ਮਾਇਆ ਕਾ ਮੁਹਤਾਜ ਪੰਡਿਤ ਕਹਾਵੈ, ਜੋ ਅੰਦਰੋਂ ਮਾਇਆ ਦਾ ਮੁਹਤਾਜ ਲੋੜਵੰਦ ਮਥਾਜ ਹੈ। ਮਾਇਆ ਕਾ ਮੁਹਤਾਜ, ਜੋ ਅੰਦਰੋਂ ਮਾਇਆ ਦਾ ਮੁਹਤਾਜ ਹੈ, ਮੁਥਾਜ ਹੈ, ਲੋੜਵੰਦ ਹੈ, ਤੇ ਆਪਣੇ ਆਪ ਨੂੰ ਪੰਡਿਤ ਕਹਾਵੈ, ਪੰਡਿਤ ਵਿਦਵਾਨ ਕਹਾਉਂਦਾ ਹੈ। ਜਿਸ ਦੀ ਬੁੱਧੀ ਤਤ ਸਰੂਪ ਦੇ ਸਿਧਾਂਤ ਜਾਣਨ ਨੂੰ ਕੁਸ਼ਲ ਹੋਵੇ ਉਹ ਪੰਡਿਤ ਹੁੰਦਾ ਹੈ। ਵਿਖਿਆ ਰਾਤਾ ਬਹੁਤ ਦੁੱਖ ਪਾਵੈ, ਇਸ ਕਰਕੇ ਮਾਇਆ ਵਿੱਚ ਰੰਗਿਆ ਹੋਇਆ ਬਹੁਤ ਹੀ ਦੁੱਖ ਪਾਉਂਦਾ ਫਿਰਦਾ ਹੈ। ਜਮ ਕਾ ਗਲ ਜੀਵੜਾ ਨਿਤ ਕਾਲ ਸੰਤਾਵੈ, ਜਮਦੂਤਾਂ ਦਾ ਗਲ ਵਿੱਚ ਰੱਸਾ ਫਾਹਾ ਪਿਆ ਰਹਿੰਦਾ ਹੈ ਅਤੇ ਨਿਤਾ ਪ੍ਰਤੀ ਕਾਲ ਤਪਾਉਂਦਾ ਰਹਿੰਦਾ ਹੈ। ਭਾਵ ਮੌਤ ਹਮੇਸ਼ਾ ਉਸ ਨੂੰ ਦੁੱਖ ਦਿੰਦੀ ਰਹਿੰਦੀ ਹੈ ਕਿ ਮਾਇਆ ਕਾ ਮੁਹਤਾਜ ਪੰਡਿਤ ਕਹਾਵੈ, ਵਿਖਿਆ ਰਾਤਾ ਬਹੁਤ ਦੁੱਖ ਪਾਵੈ। ਜਮ ਕਾ ਗਲ ਜੀਵੜਾ ਨਿਤ ਕਾਲ ਸੰਤਾਵੈ, ਜੋ ਅੰਦਰੋਂ ਮਾਇਆ ਦਾ ਲੋੜਵੰਦ ਹੈ ਤੇ ਆਪਣੇ ਆਪ ਨੂੰ ਵਿਦਵਾਨ ਕਹਾਉਂਦਾ ਹੈ। ਜਿਸ ਦੀ ਬੁੱਧੀ ਤਤ ਸਰੂਪ ਦੇ ਸਿਧਾਂਤ ਨੂੰ ਜਿਸ ਦੀ ਬੁੱਧੀ ਤਤ ਸਰੂਪ ਦੇ ਸਿਧਾਂਤ ਜਾਣਨ ਨੂੰ ਕੁਸ਼ਲ ਹੋਵੇ ਉਹ ਪੰਡਿਤ ਹੈ। ਵਿਖਿਆ ਰਾਤਾ ਬਹੁਤ ਦੁੱਖ ਪਾਵੈ, ਇਸ ਕਰਕੇ ਮਾਇਆ ਵਿੱਚ ਰੰਗਿਆ ਹੋਇਆ ਬਹੁਤ ਹੀ ਦੁੱਖ ਪਾਉਂਦਾ ਫਿਰਦਾ ਹੈ। ਜਮ ਕਾ ਗਲ ਜੇਵੜਾ ਨਿਤ ਕਾਲ ਸੰਤਾਵੈ, ਜਮਦੂਤਾਂ ਦਾ ਗਲ ਵਿੱਚ ਜੇਵੜਾ ਰੱਸਾ ਪਿਆ ਰਹਿੰਦਾ ਹੈ, ਨਿਤਾ ਪ੍ਰਤੀ ਕਾਲ ਤਪਾਉਂਦਾ ਰਹਿੰਦਾ ਹੈ। ਭਾਵ ਮੌਤ ਹਮੇਸ਼ਾ ਉਸ ਨੂੰ ਦੁੱਖ ਦਿੰਦੀ ਹੈ। ਗੁਰਮੁਖ ਜਮਕਾਲ ਨੇੜ ਨਾ ਆਵੈ, ਕਿ ਗੁਰਮੁਖ ਪੁਰਸ਼ਾਂ ਦੇ ਜਮਕਾਲ ਜੰਮਣ ਰੂਪ ਅਤੇ ਕਾਲ ਮਰਨ ਰੂਪ ਸਮਾਂ ਨੇੜੇ ਨਹੀਂ ਆ ਸਕਦਾ। ਹਉਮੈ ਦੂਜਾ ਸ਼ਬਦ ਜਲਾਵੈ, ਕਿ ਗੁਰਮੁਖ ਜਨ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਹੰਗਤਾ ਮਮਤਾ ਤੇ ਦੂਜਾ ਦਵੈਤ ਭਾ ਅੰਦਰੋਂ ਸਾੜਦੇ ਰਹਿੰਦੇ ਹਨ। ਨਾਮੇ ਰਾਤੇ ਹਰ ਗੁਣ ਗਾਵੈ, ਇਸ ਪ੍ਰਕਾਰ ਪਰਮੇਸ਼ਰ ਦੇ ਨਾਮ ਵਿੱਚ ਰਾਤੇ ਰੰਗੇ ਹੋਏ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਨੀ ਲਾਗੈ ਤਾਂ ਮਹਿਲ ਪਾਵੈ, ਕਿ ਮਾਇਆ ਵਾਹਿਗੁਰੂ ਦੀ ਦਾਸੀ ਹੈ ਜੋ ਭਗਤਾਂ ਦੀ ਸੇਵਾ ਰੂਪ ਕਾਰ ਕਮਾਉਣ ਵਾਸਤੇ ਲਾਈ ਹੋਈ ਹੈ। ਜੋ ਉਹਨਾਂ ਪਿਆਰਿਆਂ ਦੇ ਚਰਨੀ ਲੱਗੀ ਰਹੇ ਤਾਂ ਹੀ ਮਹਿਲ ਵਿੱਚ ਸਫਲ ਹੋਣਾ ਪਾਉਂਦੀ ਹੈ। ਜਿਹੜਾ ਜਗਿਆਸੂ ਜਨ ਭਗਤਾਂ ਦੇ ਚਰਨੀ ਲੱਗਦਾ ਹੈ
ਉਹ ਮਹੱਲ ਸਰੂਪ ਰੂਪੀ ਥਾਂ ਨੂੰ ਪਾਉਣਾ ਕਰਦਾ ਹੈ ਅਤੇ ਸਦ ਹੀ ਨਿਰਮਲ ਸਹਿਜ ਸਮਾਵੈ। ਹਮੇਸ਼ਾ ਹੀ ਨਿਰਮਲ ਉਜਲ ਹੋ ਕੇ ਸੁਤੇ ਸਿੱਧ ਹੀ ਵਾਹਿਗੁਰੂ ਵਿੱਚ ਸਮਾ ਜਾਂਦਾ ਹੈ, ਭਾਵ ਲੀਨ ਹੋ ਜਾਂਦਾ ਹੈ। ਹਰ ਕਥਾ ਸੁਣਹੇ ਸੇ ਤਨਵੰਤ ਦਿਸਹੇ ਜੁਗ ਮਾਹੀ। ਜੋ ਹਰੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਕਥਾ ਗੁਰਾਂ ਦੁਆਰਾ ਸ਼ਰਾਵਣ ਕਰਦੇ ਹਨ, ਉਹ ਮੰਨਣ ਤੇ ਨਿਧਿਆਸਨ ਕਰਕੇ ਜਗਤ ਵਿੱਚ ਧਨਵੰਤ ਪੂਰੇ ਧਨੀ ਦਿਸਦੇ ਹਨ, ਨਾਮ ਧਨ ਵਾਲੇ ਦਿਸਦੇ ਹਨ ਅਤੇ ਨਿਤ ਤਿਨ ਕੋ ਸਭ ਨਿਵਹੇ ਅਨਦਿਨ ਪੂਜ ਕਰਾਹੀ। ਤਿਨ ਕੋ ਸਭ ਨਿਵਹੇ ਅਨਦਿਨ ਪੂਜ ਕਰਾਹੀ ਕਿ ਉਹਨਾਂ ਪਿਆਰਿਆਂ ਨੂੰ ਸਾਰੇ ਦੇਵਤੇ ਨਮਸਕਾਰ ਕਰਦੇ ਹਨ ਅਤੇ ਰਾਤ ਦਿਨੇ ਪੂਜ ਕਰਾਹੀ ਪੂਜਣ ਕਰਦੇ ਹਨ ਕਿ ਸਾਨੂੰ ਮਨੁੱਖਾ ਸਰੀਰ ਪ੍ਰਾਪਤ ਨਹੀਂ ਹੋਇਆ, ਇਹਨਾਂ ਨੂੰ ਪ੍ਰਾਪਤ ਹੈ ਤਾਂ ਹੀ ਗੁਰਬਾਣੀ ਦੀ ਕਥਾ ਸੁਣਦੇ ਹਨ। ਇਹ ਧਨ ਹਨ ਸਹਿਜੇ ਗੁਣ ਰਹਿਵੇ ਸਾਚੇ ਮਨ ਮਾਹੀ। ਉਹ ਸੁਤੇ ਸਿਜ ਸਿੱਧ ਸੱਚੇ ਅਕਾਲ ਪੁਰਖ ਦੇ ਗੁਣ ਆਪਣੇ ਮਨ ਵਿੱਚ ਯਾਦ ਰੱਖਦੇ ਹਨ। ਸੁਭਾਵਕ ਹੀ ਮਨ ਮਾਹੀ ਮਨ ਵਿੱਚ ਸੱਚੇ ਦੇ ਗੁਣ ਸੱਚੇ ਦੇ ਜਸ ਨੂੰ ਉਚਾਰਨ ਕਰਦੇ ਹਨ। ਪੂਰਾ ਸਤਿਗੁਰ ਸ਼ਬਦ ਸੁਣਾਇਆ ਤ੍ਰੈ ਗੁਣ ਮੇਟੈ ਚੌਥੈ ਚਿਤ ਲਾਇਆ। ਕਿ ਪੂਰਿਆਂ ਸਤਿਗੁਰਾਂ ਨੇ ਜਿਨ੍ਹਾਂ ਨੂੰ ਉਪਦੇਸ਼ ਸੁਣਾਇਆ ਹੈ, ਉਹਨਾਂ ਨੇ ਤ੍ਰੈ ਗੁਣ ਤਿੰਨਾਂ ਗੁਣਾਂ ਰਾਜਸੀ ਤਾਮਸੀ ਸਾਧਕੀ ਸੁਭਾਅ ਨੂੰ ਜਾਗਤ ਸੁਪਨ ਸੁਖੋਵਤ ਨੂੰ ਮਿਟਾ ਕਰਕੇ ਤੁਰਿਆ ਪਦ ਵਿੱਚ ਚਿੱਤ ਨੂੰ ਲਾਉਣਾ ਕੀਤਾ ਹੈ। ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਹਉਮੈ ਹੰਗਤਾ ਮਮਤਾ ਨੂੰ ਮਾਰ ਲਿਆ ਹੈ, ਉਹਨਾਂ ਨੂੰ ਸਤਿਗੁਰਾਂ ਨੇ ਬ੍ਰਹਮ ਦੇ ਵਿੱਚ ਮਿਲਾ ਦਿੱਤਾ ਹੈ। ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਹੰਗਤਾ ਮਮਤਾ ਨੂੰ ਮਾਰ ਲਿਆ ਹੈ, ਉਹਨਾਂ ਨੂੰ ਸਤਿਗੁਰਾਂ ਨੇ ਬ੍ਰਹਮ ਦੇ ਵਿੱਚ ਮਿਲਾ ਦਿੱਤਾ ਹੈ। ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ ਕਿ ਨਾਮ ਜਪਣ ਵਾਲਿਆਂ ਨੂੰ ਗੁਰਾਂ ਨੇ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ ਹੈ। ਆਓ ਸਮਾਂ ਹੋ ਚੁੱਕਿਆ ਹੈ। 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ